श्री वाहिगुरु साहिब जीओ। सोए सुनंदड़ी मेरा तन मन मोला, नाम जपंदड़ी लाली। पंद जो लंदड़ी मेरा अंदर ठंडा, गुर दर्शन देखन हाली। सो कहो टल गुर सेविया, अहनस सहज सुभाए। दर्शन परसै गुरु कै, जन्म मरण दुख जाए। होवै सिफत खसम दी, नूर अरसों कुरसों चटिया। तुद डिठे सच्चे पातशाह, मल जन्म जन्म दी कटिया। सतनाम श्री वाहिगुरु साहिब जीओ। टोडी महला पंजवा, हर बिसरत सदा खुआरी। ताको धोखा कहाँ व्यापै, जाको ऊट तोहारी। हर बिसरत सदा खुआरी। ताको धोखा कहाँ व्यापै, जाको ऊट तोहारी। रहाओ बिन सिमरन जो जीवन बलना, सर्प जैसे अर जारी। नव खंडन को राज कुमावै, अंत चलै गोहारी। गुण निधान गुण तिन्ही गाए, जाको कृपा धारी। सो सुखिया धन उस जन्मा, नानक तिस बलिहारी। गुण निधान गुण तिन्ही गाए, जाको कृपा धारी। सो सुखिया धन उस जन्मा, नानक तिस बलिहारी। वाहे पतत पावन भगत वत्सल कृपा निधान। मेहरा दे खजाने ज्योति स्वरूप, गरीब नवाज पातशाह जुग जुग अटल। चावर छत्र तख्त दे मालक दीना बंधु, अंतरजामी सतगुरु श्री गुरु ग्रंथ साहब महाराज सच्चे पातशाह जी की पावन पवित्र हजूरी में जुड़ बैठी गुरु रूप खालसा साध संगत जी। महाराज जी की अपार कृपा हुई है। अमृत वेले सतगुरु सच्चे पातशाह जी की पावन पवित्र हजूरी में दीवान सजे हैं। नितनेम दी 5 बाणियां तो उपरंत आसा जी की वार दे संपूर्ण कीर्तन समेत शब्दां दे गुरु सवारियां दी रस भनी रसना तो आप जी ने सरवण कीते लाहा प्राप्त किया है। अमृत वेले जो हुक्मनामा महाराज जी ने कृपा की बख्शिया है, गुरु घर की मर्यादा अनुसार आओ कुछ समय वास्ते सतगुरु सच्चे पातशाह जी के आए हुए हुक्मनामे की विचार सरवण करिए, लाहा प्राप्त करिए जी। सतनाम श्री वाहिगुरु साहिब जीओ। टोडी महला पंजवा, राग टोडी विच शहीदां दे सरताज बाणी रचनहार सतगुरु श्री गुरु अर्जन देव महाराज सच्चे पातशाह कृपा करते हैं जी। हर बिसरत सदा खुआरी। हर बिसरत सदा खुआरी।
ਹਰੀ ਨੂੰ ਵਿਸਰ ਜਾਣ ਕਰਕੇ ਸਾਧ ਸੰਗਤ ਜੀ ਬੰਦਾ ਸਦਾ ਖੁਆਰ ਹੀ ਹੁੰਦਾ। ਪ੍ਰਮਾਤਮਾ ਭੁੱਲ ਗਿਆ ਤੇ ਫਿਰ ਖੁਆਰੀ ਹੈ। ਮਹਾਰਾਜ ਦੇ ਬਚਨ, ਹਰ ਬਿਸਰਤ ਸੋ ਮੂਆ, ਇਥੋਂ ਤੱਕ ਮਹਾਰਾਜ ਨੇ ਬਚਨ ਕੀਤੇ ਵੀ ਰੱਬ ਭੁੱਲ ਗਿਆ ਤੇ ਸਮਝ ਲਓ ਬੰਦਾ ਜਿਉਂਦਾ ਨਹੀਂ, ਉਹ ਮਰਿਆ ਹੀ ਆ। ਭਾਵੇਂ ਸਵਾਸ ਚੱਲਦੇ ਹੀ ਹੋਣ, ਤੁਰਿਆ ਫਿਰਦਾ ਹੋਵੇ, ਕਿਉਂਕਿ ਮੌਤ ਜਿਹੜੀ ਸਾਧ ਸੰਗਤ ਦੀ ਵਿਦਵਾਨਾਂ ਨੇ 4 ਤਰ੍ਹਾਂ ਨਾਲ ਬੰਦੇ ਦੀ ਮੰਨੀ ਹੈ। ਇੱਕ ਸਰੀਰਕ ਮੌਤ ਹੈ, ਜਦੋਂ ਜੀਵਾਤਮਾ ਇਸ ਸਰੀਰ ਵਿੱਚੋਂ ਸਾਧ ਸੰਗਤ ਦੀ ਨਿਕਲ ਜਾਂਦੀ ਹੈ, ਅਲੱਗ ਹੋ ਜਾਂਦੀ ਹੈ, ਉਹਨੂੰ ਕਹਿੰਦੇ ਸਰੀਰਕ ਮੌਤ। ਇੱਕ ਬੰਦੇ ਦੀ ਰਾਜਨੀਤਿਕ ਮੌਤ ਹੁੰਦੀ ਹੈ, ਕਿਸੇ ਬੰਦੇ ਦਾ ਕੋਈ ਮਾਣ ਸਤਿਕਾਰ ਹੋਵੇ ਸਮਾਜ ਵਿੱਚ, ਕੋਈ 10-20 ਬੰਦੇ ਉਹਦੇ ਆਖੇ ਲੱਗਦੇ ਹੋਣ, ਪਰ ਵਿਰੋਧੀ ਇਹੋ ਜਿਹੀਆਂ ਸਾਜ਼ਿਸ਼ਾਂ ਬਣਾ ਦੇਣ ਵੀ ਸਾਧ ਸੰਗਤ ਸਮਾਜ ਵਿੱਚੋਂ ਉਹਦਾ ਸਤਿਕਾਰ ਚਲਿਆ ਜਾਵੇ, ਇੱਥੋਂ ਤੱਕ ਵੀ ਸੱਤਾ ਦੇ ਬੈਠੇ ਦੀ ਸੱਤਾ ਵੀ ਖੁੱਸ ਜਾਵੇ, ਉਹਨੂੰ ਕਹਿੰਦੇ ਰਾਜਨੀਤਿਕ ਮੌਤ। ਇੱਕ ਧਾਰਮਿਕ ਮੌਤ ਹੈ। ਧਰਮੀ ਲੋਕਾਂ ਵਿੱਚ ਸਾਧ ਸੰਗਤ ਜੀ ਇਹ ਗੱਲ ਪ੍ਰਚਲਿਤ ਹੋਣੀ, ਜਾਂ ਆਮ ਸਾਰੇ ਲੋਕਾਂ ਵਿੱਚ, ਭਈ ਇਹ ਬੰਦਾ ਧਰਮੀ ਹੈ, ਧਰਮ ਨੂੰ ਕਮਾਉਣ ਵਾਲਾ। ਪਰ ਕੁਝ ਇਹੋ ਜਿਹੇ ਆਪਣੇ ਸਾਹਮਣੇ ਆ ਜਾਣ ਭਈ ਧਰਮੀ ਲੋਕ ਸਮਝਣ ਵੀ ਇਹ ਧਰਮੀ ਨਹੀਂ, ਧਰਮ ਦਾ ਮਖੌਟਾ ਪਾਇਆ ਸੀ, ਅਸਲ ਵਿੱਚ ਇਹ ਅਧਰਮੀ ਹੈ। ਇਹੋ ਜਿਹਾ ਔਗਣ ਸਾਹਮਣੇ ਆਉਣ ਤੇ ਸਾਧ ਸੰਗਤ ਜੀ ਕਹਿੰਦੇ ਬੰਦੇ ਦੀ ਧਾਰਮਿਕ ਮੌਤ ਹੈ। ਇੱਕ ਹੈ ਆਤਮਿਕ ਮੌਤ। ਬੰਦਾ ਹੈ ਤਾਂ ਜਿਉਂਦਾ ਪਰ ਰੱਬ ਭੁੱਲ ਗਿਆ, ਕਿਉਂਕਿ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ, ਨਾਮ ਭੁੱਲ ਗਿਆ ਤੇ ਫਿਰ ਕਹਿੰਦੇ ਨੇ ਸਾਧ ਸੰਗਤ ਜੀ ਉਹ ਬੰਦਾ ਆਤਮਿਕ ਮੌਤ ਤੇ ਮਰਿਆ ਹੋਇਆ ਜਾਣਨਾ ਚਾਹੀਦਾ। ਹਜ਼ੂਰ ਦੇ ਬਚਨ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਜਿਉਂਦਾ ਉਹ ਹੈ ਜਿਸ ਦੇ ਮਨ ਵਿੱਚ ਸਾਧ ਸੰਗਤ ਜੀ ਕੁਝ ਨਾਮ ਦੀ, ਆਪਣੇ ਗੁਰੂ ਦੀ, ਪਰਮੇਸ਼ਰ ਦੀ ਪ੍ਰੀਤੀ ਹੈ। ਦੂਜੇ ਨੂੰ ਮਹਾਰਾਜ ਕਹਿੰਦੇ ਜਿਉਂਦਾ ਨਾ ਸਮਝੋ। ਦੂਜਾ ਮਰਿਆ ਹੋਇਆ, ਉਹ ਆਤਮਿਕ ਮੌਤ ਤੇ ਮਰਿਆ, ਕਿਉਂਕਿ ਪਰਮੇਸ਼ਰ ਦਾ ਨਾਮ ਭੁੱਲ ਗਿਆ। ਹਰ ਪਰਮੇਸ਼ਰ ਦਾ ਨਾਮ ਭੁੱਲ ਜਾਣ ਕਰਕੇ ਸਾਧ ਸੰਗਤ ਜੀ ਅਸਲ ਵਿੱਚ ਜੇ ਚੰਗੇ ਗੁਣ ਬੰਦੇ ਵਿੱਚ ਕੁਝ ਹੋਣ ਵੀ ਸ਼ੁਭ ਗੁਣ, ਪਰ ਜੇ ਨਾਮ ਨਾਲੋਂ ਬਿਲਕੁਲ ਟੁੱਟ ਜਾਵੇ ਤੇ ਹੌਲੀ ਹੌਲੀ ਸਾਧ ਸੰਗਤ ਜੀ ਉਹ ਗੁਣ ਸਾਰੇ ਨਾਸ ਹੋ ਜਾਣਗੇ, ਗਲ ਹੀ ਜਾਂਦੇ ਬੰਦੇ ਦੇ ਉਹ ਸਾਰੇ ਗੁਣ। ਹਜ਼ੂਰ ਦੇ ਬਚਨ ਉਹ ਕਹਿੰਦੇ ਨੇ, ਹਰ ਬਿਸਰਤ ਤੇਰੇ ਗੁਣ ਗਲਿਆ। ਪਰਮੇਸ਼ਰ ਭੁੱਲ ਗਿਆ, ਹੌਲੀ ਹੌਲੀ ਸਭ ਗੁਣ ਵੀ ਚਲੇ ਜਾਣਗੇ। ਇਸ ਲਈ ਪਰਮੇਸ਼ਰ ਨੂੰ ਚੇਤੇ ਰੱਖਣਾ ਇਹ ਆਤਮਿਕ ਜੀਵਨ ਹੈ। ਮੁੱਖ ਕੰਮ ਹੈ ਬੰਦੇ ਦੇ ਜੀਵਨ ਦਾ, ਮਨੋਰਥ ਹੈ ਪ੍ਰਮਾਤਮਾ ਨੂੰ ਚੇਤੇ ਕਰਨਾ, ਨਾਮ ਜਪਣਾ। ਕਈ ਵਾਰੀ ਬੰਦਾ ਧੰਦਿਆਂ 'ਚ ਇੰਨਾ ਫਸਦਾ ਸਾਧ ਸੰਗਤ ਜੀ ਵੀ ਪ੍ਰਮਾਤਮਾ ਦੇ ਨਾਮ ਜੋਗੀਆਂ 2 ਘੜੀਆਂ ਕੱਢ ਹੀ ਨਹੀਂ ਸਕਦਾ ਵਿੱਚੋਂ ਸਮਾਂ। ਹਜ਼ੂਰ ਦੇ ਬਚਨ ਉਹ ਕਹਿੰਦੇ ਨੇ, ਸਾਰਾ ਦਿਨ ਧੰਦੇ ਵਿੱਚ ਆਪਣੇ ਕਾਰਜਾਂ ਵਿੱਚ ਬਤੀਤ ਕਰ ਦਿੱਤਾ, ਰਾਤ ਆਈ ਉਹ ਸੌਂ ਕੇ ਬਤੀਤ ਕਰ ਦਿੱਤੀ। ਹਜ਼ੂਰ ਦੇ ਬਚਨ ਉਹ ਕਹਿੰਦੇ, ਨੈਣੀ ਨੀਂਦ ਸੁਪਨ ਬਰੜਾਇਓ। ਰਾਤ ਸਾਰੀ ਸੌਂ ਕੇ ਬਤੀਤ ਕਰ ਦਿੱਤੀ। ਹਰ ਬਿਸਰਤ ਹੋਵਤ ਇਹ ਹਾਲ, ਸਰਣ ਨਾਨਕ ਪ੍ਰਭ ਪੁਰਖ ਦਇਆਲ। ਹਰੀ ਨੂੰ ਵਿਸਰ ਜਾਣ ਕਰਕੇ ਕਹਿੰਦੇ ਇਹ ਹਾਲ ਹੈ ਬੰਦੇ ਦਾ। ਕਰਤ ਬਕਾਰ ਦਿਨਸ ਸ਼ਰਮ ਪਾਇਓ। ਸਾਰਾ ਦਿਨ ਤਾਂ ਧੰਦਿਆਂ ਵਿੱਚ ਬਤੀਤ ਹੋ ਗਿਆ, ਰਾਤ ਸੌਂ ਕੇ ਗੁਜ਼ਾਰ ਲਈ। ਹਰ ਬਿਸਰਤ ਹੋਵਤ ਇਹ ਹਾਲ, ਹਰੀ ਨੂੰ ਵਿਸਰ ਜਾਣ ਕਰਕੇ ਕਹਿੰਦੇ ਇਹ ਹਾਲਤ ਹੋ ਗਈ ਹੈ ਬਈ ਹੁਣ ਆਤਮਿਕ ਮੌਤੇ ਮਰਿਆ ਹੋਇਆ। ਹਰ ਬਿਸਰਤ ਸਦਾ ਖੁਆਰੀ। ਹਜ਼ੂਰ ਦੇ ਬਚਨ ਉਹਨਾਂ ਸਭ ਦੀ ਪ੍ਰਾਰੰਭਤਾ ਪੰਜਵੇਂ ਪਾਤਸ਼ਾਹ ਜੀ ਨੇ ਇੱਥੋਂ ਕੀਤੀ ਹੈ। ਗੁਰਮੁਖ ਰੱਬ ਜਿਨ੍ਹਾਂ ਨੂੰ ਭੁੱਲ ਗਿਆ ਨਾ, ਪ੍ਰਮਾਤਮਾ ਵਿਸਰ ਗਿਆ, ਉਹਨਾਂ ਦੀ ਫਿਰ ਇਹਨੂੰ ਸਦਾ ਖੁਆਰੀ ਹੁੰਦੀ ਹੈ। ਤਾਕੋ ਧੋਖਾ ਕਹਾ ਵਿਆਪੈ। ਕਈਆਂ ਨੂੰ ਸਾਧ ਸੰਗਤ ਧੋਖਾ ਕਹਿੰਦੇ, ਸਾਧ ਸੰਗਤ ਜੀ ਸੰਸ਼ੇ ਨੂੰ। ਕਈਆਂ ਨੂੰ ਸਾਰੀ ਉਮਰ ਹੀ ਸੰਸਾ ਵਿਆਪਦਾ ਰਹਿੰਦਾ, ਸਾਰੀ ਉਮਰ ਸੰਸਿਆਂ 'ਚ ਫਸਿਆਂ ਦੀ ਨਿਕਲ ਜਾਂਦੀ ਹੈ। ਹਰ ਥਾਂ ਤੇ ਸਾਧ ਸੰਗਤ ਜੀ ਇਹ ਮਨ ਧੋਖੇ ਵਿੱਚ ਹੀ ਫਸਿਆ ਰਹਿੰਦਾ। ਪਰ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਸੰਸਾ ਨਹੀਂ ਵਿਆਪਦਾ ਹੈ। ਜਾ ਕੋ ਓਟ ਤੁਹਾਰੀ। ਇਹਨਾਂ ਨੂੰ ਨਹੀਂ ਵਿਆਪਦਾ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਓਟ ਹੁੰਦੀ ਹੈ। ਓਟ ਵਿੱਚ ਸਾਧ ਸੰਗਤ ਜੀ ਬੰਦਾ ਉਦੋਂ ਜਾਂਦਾ ਜਦੋਂ ਕੋਈ ਮੁਸੀਬਤ ਪਵੇ। ਜੇ ਛੋਟਾ ਦੁੱਖ ਪਿਆ ਤੇ ਛੋਟੀ ਓਟ ਨਾਲ ਸਰ ਜਾਂਦਾ, ਵੱਡੀ ਮੁਸੀਬਤ ਆਣ ਪਵੇ ਤੇ ਵੱਡੀ ਓਟ ਲੈਣੀ ਪੈਂਦੀ ਹੈ। ਜਿਵੇਂ ਮੀਂਹ ਪੈਂਦਾ ਹੋਵੇ ਤੇ ਸਾਧ ਸੰਗਤ ਜੀ ਛਤੜੀ ਵੀ ਇੱਕ ਓਟ ਹੈ। ਮੀਂਹ ਤੋਂ ਬਚਣ ਵਾਸਤੇ ਛਤੜੀ ਦੀ ਓਟ ਲੈ ਲਈ। ਛੋਟਾ ਹੀ ਦੁੱਖ ਸੀ,
ਛੋਟੀ ਓਟ ਨੇ ਸਰ ਗਿਆ। ਕਿਸੇ ਵੈਰੀ ਨੇ ਆਣ ਕੇ ਸਾਧ ਸੰਗਤ ਜੀ ਕਿਸੇ ਦੀ ਫੌਜ ਨੇ ਹਮਲਾ ਕਰ ਦਿੱਤਾ। ਜੇ ਤੇ ਥੋੜੀ ਫੌਜ ਹੈ ਤੇ ਮੋਰਚਾ ਵੀ ਇੱਕ ਓਟ ਹੀ ਹੁੰਦਾ, ਮੋਰਚੇ ਵਿੱਚ ਵੜ ਕੇ ਬੰਦਾ ਬਚ ਸਕਦਾ ਮੋਰਚੇ ਦੀ ਓਟ ਲੈ ਕੇ। ਪਰ ਜੇ ਬਹੁਤਾ ਜ਼ਿਆਦਾ ਵੱਡਾ ਦਲ ਹਮਲਾ ਕਰ ਦੇਵੇ ਫਿਰ ਕਿਲੇ ਦੀ ਓਟ ਲੈਣੀ ਪੈਂਦੀ, ਕਿਲਾ ਵੀ ਇੱਕ ਓਟ ਹੀ ਹੈ। ਇਸੇ ਤਰ੍ਹਾਂ ਜੇ ਦੁੱਖ ਵੱਡਾ ਤੇ ਓਟ ਵੱਡੀ, ਜੇ ਦੁੱਖ ਛੋਟਾ ਛੋਟੀ ਓਟ ਲਿਆ ਸਰ ਜਾਂਦਾ। ਹੁਣ ਸਭ ਤੋਂ ਵੱਡਾ ਦੁੱਖ ਜਿਹੜਾ ਬੰਦੇ ਵਾਸਤੇ ਹੈ ਸਾਧ ਸੰਗਤ ਜੀ, ਉਹ ਹੈ ਜਮਾਂ ਦੀ ਮਾਰ। ਜਮਾਂ ਦੀ ਮਾਰ ਬਹੁਤ ਭਿਆਨਕ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਕਬੀਰ ਸਾਹਿਬ ਕਹਿੰਦੇ ਜਮਾਂ ਦੀ ਮਾਰ ਬਹੁਤ ਦੁਖਦਾਈ ਜੇ, ਬਹੁਤ ਭਿਆਨਕ, ਜੀਵ ਆਤਮਾ ਕੋਲੋਂ ਸਹੀ ਨਹੀਂ ਜਾਂਦੀ। ਹੁਣ ਜੇ ਸਾਧ ਸੰਗਤ ਜੀ ਇਹ ਮੁਸੀਬਤ ਵੱਡੀ ਹੈ, ਓਟ ਵੀ ਵੱਡੀ ਲੈਣੀ ਪਵੇਗੀ। ਤੇ ਫਿਰ ਸਭ ਤੋਂ ਵੱਡੀ ਓਟ ਹੈ ਗੁਰੂ ਦੇ ਚਰਨਾਂ ਦੀ, ਪਰਮਾਤਮਾ ਦੇ ਨਾਮ ਦੀ। ਇਹ ਸਭ ਤੋਂ ਵੱਡੀ ਓਟ ਹੈ। ਜੇ ਦੁੱਖ ਵੱਡਾ ਨਾ ਜੰਮਣ ਮਰਨ ਦਾ ਤੇ ਜਮਾਂ ਦੀ ਮਾਰ ਦਾ, ਤੇ ਮਹਾਰਾਜ ਦੀ ਸਾਧ ਸੰਗਤ ਜੀ ਓਟ ਵੀ ਵੱਡੀ ਹੈ। ਇਸ ਕਰਕੇ ਕਹਿੰਦੇ ਨੇ ਜਾ ਕੋ ਓਟ ਤੁਹਾਰੀ ਤਾਕੋ ਧੋਖਾ ਕਹਾਂ ਵਿਆਪੈ। ਮਹਾਰਾਜ ਜਿਹੜੇ ਤੁਹਾਡੀ ਓਟ ਵਿੱਚ ਆ ਗਏ ਨਾ, ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਤੁਹਾਡਾ ਆਸਰਾ ਹੈ, ਤੁਹਾਡੀ ਸ਼ਰਨ ਵਿੱਚ ਆ ਗਏ, ਉਹਨਾਂ ਨੂੰ ਫਿਰ ਸੰਸਾ ਨਹੀਂ ਵਿਆਪਦਾ। ਕੋਈ ਉਹਨਾਂ ਦੇ ਮਨ 'ਚ ਸ਼ੰਕਾ ਨਹੀਂ ਰਹਿੰਦਾ ਵੀ ਹੁਣ ਮੇਰਾ ਕੀ ਬਣੇਗਾ। ਕਿਉਂਕਿ ਬੰਦੇ ਕੋਲ ਓਟ ਨਾ ਹੋਵੇ ਤੇ ਸਾਧ ਸੰਗਤ ਜੀ ਫਿਰ ਉਹਦੇ ਮਨ 'ਚ ਸੰਸਾ ਹੁੰਦਾ ਵੀ ਮੇਰੇ ਕੋਲ ਆਸਰਾ ਤੇ ਕੋਈ ਨਹੀਂ, ਮੁਸੀਬਤ ਆਣ ਪਈ ਮੈਂ ਕੀ ਕਰ ਸਕਦਾ। ਜੇ ਬੰਦਾ ਮੀਂਹ ਵਿੱਚ ਤੁਰਿਆ ਜਾਂਦਾ, ਛਤੜੀ ਦੀ ਵੀ ਓਟ ਕੋਲ ਨਾ ਹੋਵੇ ਤੇ ਫਿਰ ਉਹਨੂੰ ਸੰਸਾ ਹੁੰਦਾ ਵੀ ਹੁਣ ਭਿੱਜ ਜਾਵਾਂਗਾ। ਪਰ ਜੇ ਛਤੜੀ ਕੋਲ ਹੈ ਤੇ ਉਹਨੂੰ ਹੁੰਦਾ ਵੀ ਕੋਈ ਨਹੀਂ ਓਟ ਹੈ। ਜਮਾਂ ਦੀ ਮਾਰ ਭਿਆਨਕ ਹੈ। ਜੇ ਗੁਰੂ ਦਾ ਆਸਰਾ ਨਾ ਹੋਵੇ ਫਿਰ ਤਾਂ ਦੁੱਖ ਦੀ ਗੱਲ ਹੈ, ਫਿਰ ਤੇ ਸੰਸਾ ਲੱਗੇਗਾ ਵੀ ਮੇਰਾ ਬਣੇਗਾ ਕੀ। ਪਰ ਜਿਨ੍ਹਾਂ ਨੂੰ ਸਾਧ ਸੰਗਤ ਜੀ ਮਹਾਰਾਜ ਦੀ ਓਟ ਹੈ ਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ, ਹਜੂਰ ਕਹਿੰਦੇ ਉਹਨਾਂ ਨੂੰ ਕੋਈ ਧੋਖਾ ਨਹੀਂ ਵਿਆਪਦਾ। ਉਹਨਾਂ ਦਾ ਮਨ ਸੰਸ਼ੇ 'ਚ ਨਹੀਂ ਫਿਰ ਫਸਦਾ। ਕਿਉਂ? ਕਿਉਂਕਿ ਮਹਾਰਾਜ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਰੱਖਣ ਲਈ ਸਮਰੱਥ ਨੇ। ਗੁਰੂ ਦੀ ਓਟ ਹੈ ਉਹਨਾਂ ਨੂੰ, ਇਸ ਕਰਕੇ ਉਹਨਾਂ ਨੂੰ ਕੋਈ ਸੰਸਾ ਨਹੀਂ ਲੱਗੇਗਾ ਜੀ। ਰਹਾਉ ਵਿਸਰਾਮ ਦੇ ਕੇ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਰਹਾਉ ਦੇ ਸਾਧ ਸੰਗਤ ਜੀ ਬਹੁਤ ਅਰਥ ਮਹਾਂਪੁਰਸ਼ਾਂ ਨੇ ਤੇ ਵਿਦਵਾਨਾਂ ਨੇ ਕੀਤੇ ਨੇ, ਪਰ ਸਭ ਤੋਂ ਕਮਾਲ ਦਾ ਅਰਥ ਹੈ ਉਵੇਂ ਤਾਂ ਰਹਾਉ ਦਾ ਅਰਥ ਹੈ ਟੇਕ ਢਾਰਨਾ। ਰਹਾਉ ਦਾ ਅਰਥ ਹੈ ਰਹਾਉ ਦੀਆਂ ਜਿਹੜੀਆਂ ਪੰਕਤੀਆਂ ਮੂਲ ਹੈ ਸ਼ਬਦ ਦਾ। ਰਹਾਉ ਦਾ ਅਰਥ ਹੈ ਸਾਧ ਸੰਗਤ ਜੀ ਟਿਕਾਉਣਾ, ਠਹਿਰਾਉਣਾ। ਰਹਾਉ ਦਾ ਅਰਥ ਹੈ ਬੀਜਣਾ। ਪਰ ਵਿਦਵਾਨ ਕਹਿੰਦੇ ਨੇ ਰਹਾਉ ਦਾ ਅਰਥ ਹੈ ਅਟਕਣਾ, ਠਹਿਰਨਾ, ਵਿਸ਼ਰਾਮ। ਇੱਥੇ ਰੁਕ, ਇਹਨਾਂ ਪੰਕਤੀਆਂ ਵੱਲ ਧਿਆਨ ਦੇ। ਜਿਹੜਾ ਮਹਾਰਾਜ ਦਾ ਉਪਦੇਸ਼ ਹੈ ਇਹਨੂੰ ਧਿਆਨ ਨਾਲ ਸੁਣ ਕੇ ਆਪਣੇ ਮਨ ਵਿੱਚ ਬੀਜ ਇਹ ਆਪਣੇ ਮਨ ਵਿੱਚ ਟਿਕਾ ਇਹਨਾਂ ਬਚਨਾਂ ਨੂੰ। ਬਿਨ ਸਿਮਰਨ ਜੋ ਜੀਵਨ ਬਲਨਾ। ਬਿਨਾਂ ਸਿਮਰਨ ਤੋਂ ਸਾਧ ਸੰਗਤ ਜੀ ਜਿਹੜਾ ਜੀਵਨ ਜਿਉਣਾ ਹੈ ਇਹ ਬਲਣਾ ਹੀ ਹੈ। ਜਿਵੇਂ ਅੱਗ ਬਲਦੀ ਨਾ ਬਾਲਣ ਪਾਉਣ ਕਰਕੇ, ਕਹਿੰਦੇ ਨੇ ਸਿਮਰਨ ਤੋਂ ਬਿਨਾਂ ਜਿਨ੍ਹਾਂ ਲੋਕਾਂ ਦਾ ਜੀਵਨ ਹੈ ਨਾ, ਉਹ ਇਉਂ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਜਿਵੇਂ ਸਾਧ ਸੰਗਤ ਜੀ ਭੱਠੀ ਬਲਦੀ ਹੋਵੇ। ਬਿਨ ਸਿਮਰਨ ਜੋ ਜੀਵਨ ਬਲਣਾ। ਮਹਾਰਾਜ ਕਹਿੰਦੇ ਨੇ ਬਿਨਾਂ ਸਿਮਰਨ ਤੋਂ ਜੀਵਨ ਤਾਂ ਚੱਲੀ ਜਾਵੇਗਾ। ਕੋਈ ਸਿਮਰਨ ਕਰਦਾ ਤਾਂ ਵੀ ਉਹਦੀ ਉਮਰ ਪੂਰੀ ਹੋ ਜਾਣੀ ਹੈ, ਨਹੀਂ ਕਰਦਾ ਉਮਰ ਤਾਂ ਵੀ ਪੂਰੀ ਹੋ ਜਾਣੀ ਹੈ। ਪਰ ਸਿਮਰਨ ਕਰਨ ਵਾਲਿਆਂ ਨੂੰ ਸਾਧ ਸੰਗਤ ਜੀ ਨਾਮ ਜਲ ਦੇ ਅੰਦਰ ਠੰਡ ਪਾਈ ਹੁੰਦੀ ਹੈ। ਜਿਹੜੇ ਸਿਮਰਨ ਤੋਂ ਬਿਨਾਂ ਨੇ, ਮਹਾਰਾਜ ਦੇ ਬਚਨ ਕਹਿੰਦੇ ਉਹਨਾਂ ਦਾ ਜੀਵਨ ਬਲਦਾ ਗੁਰਮੁਖੋ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ। ਕਿਉਂਕਿ ਹਜੂਰ ਦੇ ਬਚਨ ਨੇ ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਖੁਨਕ ਕਹਿੰਦੇ ਠੰਡੇ ਨੂੰ, ਆਤਸ਼ ਕਹਿੰਦੇ ਅੱਗ ਨੂੰ, ਜਿਵੇਂ ਆਤਿਸ਼ਬਾਜ਼ੀ ਕਰੀ ਦੀ ਅੱਗ ਦੀਆਂ ਖੇਡਾਂ। ਸੰਸਾਰ ਕਹਿੰਦੇ ਮਹਾਰਾਜ ਸਾਰਾ ਆਤਿਸ਼ਬਾਜ਼ੀ ਅੱਗ ਹੀ ਹੈ, ਅੱਗ ਦੀ ਖੇਡ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਮਹਾਰਾਜ ਕਹਿੰਦੇ ਦੇਖੋ ਇਹ ਅੱਗ ਦੀਆਂ ਨਦੀਆਂ ਨਾ ਪ੍ਰਤੱਖ, ਫਿਰ ਇਹਦੇ ਵਿੱਚ ਠੰਡਾ ਕੀ ਹੈ? ਦੁਨੀਆ ਤਾਂ ਸਾਰੀ ਅੱਗ ਹੀ ਹੈ। ਕਾਮ ਦੀ ਅੱਗ, ਕ੍ਰੋਧ ਦੀ ਅੱਗ, ਈਰਖਾ ਦੀ ਅੱਗ, ਤ੍ਰਿਸ਼ਨਾ ਦੀ, ਦਵੈਤ ਦੀ, ਦੁਸ਼ਮਣੀ ਦੀ, ਕਿੰਨੀ ਹੈ ਸੇਕ ਹੀ ਨਿਰਾ। ਪਰ ਕਹਿੰਦੇ ਖੁਨਕ ਨਾਮ ਖੁਦਾਇਆ, ਇੱਕ ਖੁਦਾ ਦਾ ਨਾਮ ਠੰਡਾ। ਸਿਰਫ ਇਸ ਸੰਸਾਰ ਵਿੱਚ ਮਨ ਨੂੰ ਠੰਡ ਪਾਉਣ ਵਾਲਾ ਇੱਕ ਪਰਮਾਤਮਾ ਦਾ ਨਾਮ ਹੈ। ਨਾਮ ਤੋਂ ਬਿਨਾਂ ਕੁਝ ਸਾਧ ਸੰਗਤ ਜੀ ਕੋਈ ਵੀ ਠੰਡੀ ਵਸਤੂ ਮਨ ਨੂੰ ਠੰਡ ਨਹੀਂ ਪਾ ਸਕਦੀ। ਤਨ ਨੂੰ ਤਾਂ ਭਾਵੇਂ ਠੰਡੀ ਵਸਤੂ ਠੰਡਾ ਕਰ ਦੇਵੇ, ਮਨ ਨੂੰ ਠੰਡਾ ਸਿਰਫ ਪਰਮਾਤਮਾ ਦਾ ਨਾਮ ਕਰਦਾ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟੇ ਘਾਮ। ਘਾਮ ਕਹਿੰਦੇ ਗਰਮੀ ਨੂੰ, ਅਤ ਗਰਮੀ ਨੂੰ। ਚੰਦਨ ਠੰਡਾ ਹੁੰਦਾ, ਚੰਦਰਮਾ ਠੰਡਾ ਹੁੰਦਾ, ਸਰਦੀ ਦੀ ਰੁੱਤ ਠੰਡੀ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਦੇਖੋ ਇਹ ਸਰੀਰ ਨੂੰ ਤਾਂ ਠੰਡਾ ਕਰ ਸਕਦੀਆਂ ਸਾਰੀਆਂ ਚੀਜ਼ਾਂ, ਪਰ ਮਨ ਦੀ ਗਰਮੀ ਨੂੰ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਚੀਜ਼ ਠੰਡਾ ਨਹੀਂ ਕਰ ਸਕਦੀ। ਚੰਦਨ, ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਘਾਮ। ਲੇਸ ਮਾਤਰ ਵੀ ਹਿਰਦੇ ਦੀ ਗਰਮੀ ਨੂੰ, ਤ੍ਰਿਸ਼ਨਾ ਦੀ ਅੱਗ ਨੂੰ ਨਹੀਂ ਮਿਟ ਸਕਦੀਆਂ ਤਿੰਨੇ ਚੀਜ਼ਾਂ। ਭਾਵੇਂ ਚੰਦਨ ਵੀ ਬਹੁਤ ਠੰਡਾ, ਚੰਦਰਮਾ ਵੀ ਠੰਡਾ, ਚੰਦਰਮਾ ਦੀ ਚਾਂਦਨੀ ਰਾਤ ਹੋਵੇ ਠੰਡੀਆਂ ਕਿਰਨਾਂ, ਤੇ ਸਰਦੀ ਦੀ ਰੁੱਤ ਉਵੇਂ ਠੰਡੀ ਹੈ। ਪਰ ਕਹਿੰਦੇ ਅੰਦਰ ਦੀ ਗਰਮੀ ਤੇ ਨਹੀਂ ਨਾ ਮਿਟ ਸਕਦੀ। ਕਿਸੇ ਦਾ ਅੰਦਰ ਬਲਦਾ, ਅੰਦਰ ਤ੍ਰਿਸ਼ਨਾ, ਅੰਦਰ ਕ੍ਰੋਧ ਹੈ,
ਤੇ ਸਰਦੀ ਦੀ ਰੁੱਤ ਵਿੱਚ ਵੀ ਸਾਧ ਸੰਗਤ ਜੀ ਉਹ ਨਹੀਂ ਠੰਡਾ ਹੁੰਦਾ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਹਿੰਦੇ ਨੇ ਹਾਂ ਸੀਤਲਤਾ ਆ ਸਕਦੀ ਹੈ ਜੇ ਪ੍ਰਮਾਤਮਾ ਦਾ ਨਾਮ ਜਪੇ ਤਾਂ, ਕਿਉਂਕਿ ਨਾਮ ਠੰਡਾ। ਬਾਕੀ ਤਾਂ ਸੰਸਾਰ ਵਿੱਚ ਸਾਧ ਸੰਗਤ ਜੀ ਸਾਰੀ ਅੱਗ ਹੀ ਹੈ। ਹੰਸ ਹੇਤ ਲੋਭ ਕੋਪ। ਹੰਸ ਹੁੰਦਾ ਸਾਧ ਸੰਗਤ ਜੀ ਹਿੰਸਾ, ਹੇਤ ਹੁੰਦਾ ਮੋਹ, ਲੋਭ ਤੇ ਹੰਕਾਰ, ਕੋਪ ਕਹਿੰਦੇ ਨੇ ਕ੍ਰੋਧ ਨੂੰ। ਇਹ ਸਾਰੀਆਂ ਅੱਗ ਦੀਆਂ ਨਦੀਆਂ। ਇੱਕ ਪ੍ਰਮਾਤਮਾ ਦਾ ਨਾਮ ਠੰਡਾ ਹੈ, ਉਹ ਠੰਡ ਪਾਉਣ ਵਾਲਾ। ਤੇ ਹਜ਼ੂਰ ਦੇ ਬਚਨ ਨੇ ਗੁਰਮੁਖੋ ਅਸਲ ਵਿੱਚ ਤਾਕੋ ਧੋਖਾ ਕਹਾਂ ਵਿਆਪੈ ਜਾ ਕੋੜ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਕਰਨਾ, ਇਹ ਸਮਝ ਲਓ ਭੱਠੀ ਬਲਦੀ ਦੇ ਵਿੱਚ ਸਾਧ ਸੰਗਤ ਜੀ ਸਾਰਾ ਜੀਵਨ ਲੰਘਦਾ। ਕਿਉਂਕਿ ਅੰਦਰ ਤ੍ਰਿਸ਼ਨਾ ਦੀ ਭੱਠੀ ਬਲੀ ਜਾਂਦੀ ਹੈ। ਇਹ ਤ੍ਰਿਸ਼ਨਾ ਦੀ ਅੱਗ ਸਾੜਦੀ ਹਰ ਵੇਲੇ। ਸਰਪ ਜੈਸੇ ਅਰਜਾਰੀ। ਜਿਵੇਂ ਸਾੜਦੀ ਮਹਾਰਾਜ ਜੀ ਇਹ ਅੱਗ, ਬੰਦੇ ਦਾ ਪਤਾ ਤਾਂ ਲੱਗਦਾ ਨਹੀਂ ਵੀ ਇਹਦੇ ਅੰਦਰ ਅੱਗ ਬਲਦੀ ਹੈ। ਹਜ਼ੂਰ ਕਹਿੰਦੇ ਇੱਕ ਪ੍ਰਮਾਣ ਹੈ ਸਰਪ ਜੈਸੇ ਅਰਜਾਰੀ। ਜਿਵੇਂ ਅਜਗਰ ਸੱਪ ਹੁੰਦਾ ਸਾਧ ਸੰਗਤ ਜੀ, ਉਹਦੀ ਲੰਮੀ ਉਮਰ ਹੀ ਉਹਦੇ ਵਾਸਤੇ ਦੁੱਖ ਦਾ ਕਾਰਨ ਬਣ ਜਾਂਦੀ ਤੇ ਉਹ ਸਾਰੀ ਉਮਰ ਸੜਦਾ ਰਹਿੰਦਾ। ਕਿਉਂਕਿ ਜਿਵੇਂ ਜਿਵੇਂ ਅਜਗਰ ਦੀ ਉਮਰ ਲੰਮੀ ਹੁੰਦੀ ਤਿਵੇਂ ਤਿਵੇਂ ਉਹਦੀ ਜ਼ਹਿਰ ਵੱਧਦੀ ਹੈ। ਫਿਰ ਉਹਦਾ ਸਰੀਰ ਭਾਰਾ ਹੁੰਦਾ, ਉਮਰ ਵੱਧ ਜਾਂਦੀ ਹੈ, ਖਾ ਪੀ ਵੀ ਕੁਝ ਨਹੀਂ ਸਕਦਾ ਬਹੁਤਾ ਜ਼ਿਆਦਾ, ਜ਼ਹਿਰ ਵਧੀ ਅੰਦਰ, ਜ਼ਹਿਰ ਫਿਰ ਉਹਨੂੰ ਸਾੜਦੀ ਹੈ। ਜਿਵੇਂ ਲੰਮੀ ਉਮਰ ਵਾਲੇ ਸੱਪ ਨੂੰ ਉਹਦੀ ਜ਼ਹਿਰ ਸਾੜੀ ਜਾਂਦੀ ਹੈ ਨਾ, ਉਹਦੀ ਆਪਣੀ ਲੰਮੀ ਉਮਰ ਹੀ ਉਹਦੇ ਲਈ ਦੁੱਖ ਦਾ ਕਾਰਨ ਬਣ ਜਾਂਦੀ। ਉਮਰ ਵੱਧਦੀ ਜਾਂਦੀ, ਜ਼ਹਿਰ ਵੀ ਵੱਧਦੀ ਜਾਂਦੀ ਹੈ ਤੇ ਅੰਦਰੋਂ ਸੜਦਾ ਰਹਿੰਦਾ ਹਰ ਵੇਲੇ। ਹਜ਼ੂਰ ਕਹਿੰਦੇ ਨੇ ਇਉਂ ਭਾਈ ਮਾਨਮੁਖ ਬੰਦੇ ਦੇ ਅੰਦਰ ਵੀ ਜਿਵੇਂ ਜਿਵੇਂ ਉਹਦੀ ਉਮਰ ਬਤੀਤਦੀ ਜਾਂਦੀ ਹੈ, ਕਾਮ ਕ੍ਰੋਧ ਦੀ ਤ੍ਰਿਸ਼ਨਾ ਦੀ ਅੱਗ ਉਹਦੇ ਅੰਦਰ ਵੱਧਦੀ ਜਾਂਦੀ ਹੈ ਤੇ ਉਹ ਫਿਰ ਉਹਨੂੰ ਅੰਦਰੋਂ ਸਾੜਦੀ ਹੈ। ਸਰਪ ਜੈਸੇ ਅਰਜਾਰੀ, ਬਿਨ ਸਿਮਰਨ ਜੋ ਜੀਵਨ ਬਲਣਾ। ਹਜ਼ੂਰ ਦੇ ਬਚਨ ਉਹ ਕਹਿੰਦੇ ਨੇ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਦ ਬਿਰਥਾਨਤ। ਬਿਨਾ ਸਿਮਰਨ ਤੋਂ ਭਾਵੇਂ ਕੋਈ ਕਰੋੜਾਂ ਸਾਲ ਸਾਧ ਸੰਗਤ ਜੀ ਜੀਵੇ, ਹਜ਼ੂਰ ਕਹਿੰਦੇ ਸਗਲੀ ਔਦ ਬਿਰਥਾਨਤ। ਸਗਲੀ ਉਮਰ ਬਿਰਥਾ, ਉਹਦੀ ਔਦ ਹੁੰਦੀ ਉਮਰ। ਬਿਨ ਸਿਮਰਨ ਜੈਸੇ ਸਰਪ ਅਰਜਾਰੀ ਤੇ ਉਹ ਜੀਵੈ ਸਾਖਤ ਨਾਮ ਵਿਸਾਰੀ। ਹਜ਼ੂਰ ਦੇ ਬਚਨ ਨੇ ਉਹ ਕਹਿੰਦੇ ਨੇ ਜਿਵੇਂ ਬਿਨਾ ਸਿਮਰਨ ਤੋਂ ਸਾਖਤ, ਜਿਵੇਂ ਲੰਮੀ ਉਮਰ ਵਾਲਾ ਸੱਪ ਸੜਦਾ ਨਾ ਆਪਣੀ ਜ਼ਹਿਰ ਕਰਕੇ, ਬਿਨਾ ਸਿਮਰਨ ਤੋਂ ਸਾਖਤ ਪੁਰਸ਼ ਸਾਧ ਸੰਗਤ ਜੀ ਇਉਂ ਆਪਣੇ ਅੰਦਰ ਦੀ ਜ਼ਹਿਰ ਕਰਕੇ ਸੜੀ ਜਾਂਦਾ। ਬਿਨ ਸਿਮਰਨ ਜੈਸੇ ਸਰਪ ਅਰਜਾਰੀ ਤੇ ਉਹ ਸਾਖਤ ਜੀਵ ਹੈ ਨਾਮ ਵਿਸਾਰੀ। ਸਾਖਤ ਦਾ ਜੀਵਨ ਵੀ ਨਾਮ ਨੂੰ ਵਿਸਾਰ ਕੇ ਉਦਾਂ ਹੀ ਹੈ ਜਿਵੇਂ ਲੰਮੀ ਉਮਰ ਵਾਲੇ ਸੱਪ ਨੂੰ ਦੁੱਖ ਹੈ। ਸੱਪ ਨੂੰ ਬਾਹਰੋਂ ਕੋਈ ਦੁੱਖ ਨਹੀਂ, ਆਪਣੀ ਜ਼ਹਿਰ ਦਾ ਹੀ ਦੁੱਖ ਹੈ ਉਹਨੂੰ। ਉਮਰ ਵੱਧਦੀ ਜਾਂਦੀ, ਜ਼ਹਿਰ ਵੱਧਦੀ ਜਾਂਦੀ ਹੈ, ਫਿਰ ਦੁਖੀ ਹੁੰਦਾ। ਨਾਮ ਨੂੰ ਭੁਲਾ ਕੇ ਕਹਿੰਦੇ ਸਾਖਤ ਪੁਰਸ਼ ਵੀ ਇਸੇ ਤਰ੍ਹਾਂ ਹੀ ਦੁਖੀ ਹੈ ਜਿਵੇਂ ਲੰਮੀ ਉਮਰ ਵਾਲਾ ਸੱਪ ਹੈ ਜੀ। ਨਵ ਖੰਡਨ ਕੋ ਰਾਜ ਕਮਾਵੇ। ਨੌਵਾਂ ਖੰਡਾਂ ਦਾ ਵੀ ਸਾਧ ਸੰਗਤ ਜੀ ਜੇ ਕਿਸੇ ਨੇ ਰਾਜ ਕਮਾਇਆ ਹੋਵੇ ਤੇ ਇੱਕ ਖੰਡ ਉੱਤੇ ਕਿਸੇ ਦਾ ਰਾਜ ਚੱਲਦਾ ਉਹ ਹੀ ਨਹੀਂ ਮਾਣ। ਧਰਤੀ ਦੇ 9 ਖੰਡ ਸਾਧ ਸੰਗਤ ਜੀ ਮੰਨੇ ਨੇ ਪੁਰਾਣੇ ਵਿਦਵਾਨਾਂ ਨੇ। ਉਹ ਕਹਿੰਦੇ ਨੇ ਜੇ ਕਿਸੇ ਦਾ ਨਵਾਂ ਖੰਡਾਂ ਵਿੱਚ ਵੀ ਭਲਾ ਰਾਜ ਚੱਲਦਾ ਹੋਵੇ ਤਾਂ ਅੰਤ ਚੱਲੇ ਗੋ ਹਾਰੀ। ਅੰਤ ਨੂੰ ਸਾਧ ਸੰਗਤ ਜੀ ਉਹ ਵੀ ਜੀਵਨ ਦੀ ਬਾਜੀ ਹਾਰ ਕੇ ਜਾਂਦਾ। 9 ਖੰਡਾਂ ਤੇ ਰਾਜ ਕਰਨ ਵਾਲਾ ਵੀ ਜੇ ਨਾਮ ਨਹੀਂ ਜਪਦਾ ਤਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਮਹਾਰਾਜ ਦੇ ਬਚਨ ਹੈ 5ਵੇਂ ਪਾਤਸ਼ਾਹ ਦੇ, ਕਹਿੰਦੇ ਸਾਰੀ ਸ੍ਰਿਸ਼ਟੀ ਤੇ ਰਾਜ ਕਰਨ ਵਾਲਾ ਰਾਜਾ ਵੀ ਦੁਖੀਆ ਜੇ। ਹਰਿ ਕਾ ਨਾਮ ਜਪਤ ਹੋਏ ਸੁਖੀਆ। ਕਿਉਂਕਿ ਸੁਖ ਦੇਣ ਵਾਲਾ ਹਰੀ ਦਾ ਨਾਮ ਹੈ, ਉਹ ਜਪੇ ਤੇ ਸੁਖੀ ਹੋ ਸਕਦਾ, ਨਹੀਂ ਤੇ ਸਾਰੀ ਦੁਨੀਆ ਤੇ ਰਾਜ ਕਰਨ ਵਾਲਾ ਵੀ ਆਖਰ ਦੁਖੀ ਹੈ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ। ਮਹਾਰਾਜ ਕਹਿੰਦੇ 9 ਖੰਡਾਂ ਤੇ ਹੀ ਰਾਜ ਕਰਨ ਵਾਲਾ ਅੰਤ ਨੂੰ ਜੀਵਨ ਦੀ ਬਾਜੀ ਹਾਰ ਕੇ ਜਾਂਦਾ, ਜਿੱਤ ਕੇ ਨਹੀਂ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, 9 ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕੇ। ਮਹਾਰਾਜ ਕਹਿੰਦੇ ਕਿਸੇ ਦਾ ਬਹੁਤ ਨਾਮ ਚੱਲਦਾ ਹੋਵੇ, 4 ਯੁੱਗ ਲੰਮੀ ਉਹਦੀ ਉਮਰ ਹੋਵੇ, ਜੇ ਜੁਗ ਚਾਰੇ ਆਰਜਾ, 4 ਯੁੱਗਾਂ ਜਿੰਨੀ ਲੰਮੀ ਉਹਦੀ ਉਮਰ ਹੈ, ਹੋਰ ਤਾਂ ਸੁਣੀ ਇਹਦੇ ਨਾਲ ਵੀ 10 ਗੁਣਾ ਮਹਾਰਾਜ ਕਹਿੰਦੇ ਵੱਧ ਜਾਵੇ ਭਾਵਾਂ ਉਮਰ। 4 ਯੁੱਗ 40 ਯੁੱਗਾਂ ਜਿੰਨੀ ਕਿਉਂ ਨਾ ਬਣ ਜਾਵੇ। 9 ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ,
ਨਵਾਂ ਖੰਡਾਂ ਵਿੱਚ ਉਹਦਾ ਹੀ ਹੁਕਮ ਚੱਲਦਾ ਹੋਵੇ, ਸਭ ਲੋਕ ਉਹਨੂੰ ਜਾਣਦੇ ਹੋਣ, ਸਾਰੀ ਦੁਨੀਆ ਉਹਦੇ ਪਿੱਛੇ ਤੁਰਦੀ ਹੋਵੇ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ, ਚੰਗਾ ਨਾਮ ਉਹਦਾ ਚੱਲਦਾ ਹੋਵੇ, ਉਹਦੇ ਨਾਮ ਦੀਆਂ ਧੁੰਮਾਂ ਹੋਣ ਤੇ ਸੰਸਾਰ ਵਿੱਚ ਉਹਦੀ ਵਡਿਆਈ ਵੀ ਬਹੁਤ ਹੁੰਦੀ ਹੋਵੇ। ਫਿਰ ਵੀ ਮਹਾਰਾਜ ਦੇ ਬਚਨ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ। ਜੇ ਪ੍ਰਮਾਤਮਾ ਦੀ ਨਜ਼ਰ ਵਿੱਚ ਨਹੀਂ ਆਇਆ ਤੇ ਸਾਧ ਸੰਗਤ ਜੀ ਦੁਨੀਆ ਤੇ ਉਹਦਾ ਜਸ ਵਡਿਆਈ ਹੋ ਸਕਦਾ, ਪਰਲੋਕ ਵਿੱਚ ਨਹੀਂ। ਉਸ ਦਾ ਮੁਖ ਉਜਲਾ ਤੇ ਕੋਈ ਬਾਤ ਨਹੀਂ ਪੁੱਛੇਗਾ, ਕੋਈ ਬਾਤ ਨਹੀਂ ਪੁੱਛੇਗਾ। ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਮਹਾਰਾਜ ਦੇ ਬਾਰੇ ਕਹਿੰਦੇ, ਜੇ ਲੱਖ ਇਸਤਰੀਆਂ ਭੋਗ ਰਹਿ ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਹੋਵਈ ਫਿਰ ਜੋਨੀ ਪਾਹੇ। ਗੁਰੂ ਸਾਹਿਬ ਦੇ ਬਚਨ। ਉਹ ਕਹਿੰਦੇ ਨਵਾਂ ਖੰਡਾਂ ਤੇ ਰਾਜ ਕਰ ਲੈ ਕੋਈ, ਦੁਨੀਆ ਦੇ ਰੰਗ ਤਮਾਸ਼ੇ ਦੇਖ ਲੈ ਜਿੰਨੇ ਮਰਜੀ, ਪਰ ਮਹਾਰਾਜ ਦੇ ਚਰਨ ਪਰਸੇ ਤੋਂ ਬਿਨਾਂ ਸੁੱਖ ਕਦੀ ਨਹੀਂ ਮਿਲ ਸਕਦਾ। ਮੁੜ ਮੁੜ ਕੇ ਜੁਨੀਆਂ 'ਚ ਹੀ ਆਵੇਗਾ, ਦੁੱਖਦਾਈ ਜੂਨਾ 'ਚ ਆਉਣਾ ਪਵੇਗਾ ਮੁੜ ਮੁੜ ਕੇ। ਫਿਰ ਕਬੀਰ ਸਾਹਿਬ ਦੇ ਬਚਨ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਇਹ ਤਨ ਜਾਏਗਾ ਸਕੋ ਤਲਿਓ ਬਹੋਰ, ਨਾਂਗੇ ਪਾਵੋ ਦੇਗਾ ਜਿਨਕੇ ਲੱਖ ਕਰੋੜ। ਕਬੀਰ ਸਾਹਿਬ ਕਹਿੰਦੇ ਚਲੇ ਜਾਣਾ ਜੇ। ਰਾਜਾ ਮਹਾਰਾਜਾ ਦਾ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਸੀ, ਉਹਨਾਂ ਦਾ ਵੀ ਸਰੀਰ ਨਹੀਂ ਰਿਹਾ, ਚਲੇ ਗਿਆ, ਚਲੇ ਹਰੇਕ ਦਾ ਹੀ ਜਾਣਾ। ਕਬੀਰ ਸਾਹਿਬ ਨੇ ਇੱਕ ਸਾਧ ਸੰਗਤ ਜੀ ਇਹ ਤੁਸੀਂ ਸਮਝ ਲਓ ਵੀ ਤੁਣਕਾ ਹੀ ਮਾਰਿਆ। ਕਹਿੰਦੇ ਜੇ ਰੋਕ ਸਕਦਾ ਤੇ ਰੋਕ ਲੈ, ਇਹ ਸਰੀਰ ਤੇਰਾ ਚਲਿਆ ਜਾਣਾ। ਪਰ ਕਿਸੇ ਨੇ ਨਹੀਂ ਰੋਕਿਆ ਅਜੇ ਤੱਕ। ਕਹਿੰਦੇ ਨੇ ਨੰਗੇ ਪੈਰੀ ਉਹ ਵੀ ਗਏ ਜਿਨ੍ਹਾਂ ਦੇ ਲੱਖਾਂ ਕਰੋੜਾਂ ਸਨ। ਲੱਖਾਂ ਕਰੋੜਾਂ ਵਾਲੇ ਵੀ ਇਥੋਂ ਨੰਗੇ ਪੈਰੀ ਗਏ ਐ। ਦਸਵੇਂ ਪਾਤਸ਼ਾਹ ਦੇ ਬਚਨ ਨੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਮਾਰੇ ਕਹਿੰਦੇ ਨੇ ਐਸੇ ਐਸੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਨੂੰ ਛੋਟੇ ਰਾਜੇ ਕਿੰਨੇ ਨਮਸਕਾਰਾਂ ਕਰਦੇ ਰੋਜ਼ ਦੇ, ਗਿਣਤੀ ਕੋਈ ਨਹੀਂ। ਜਿਨ੍ਹਾਂ ਦੇ ਹਾਥੀਆਂ ਘੋੜਿਆਂ ਦੀ ਕੋਈ ਗਿਣਤੀ ਨਹੀਂ। ਇਹਤੇ ਭਏ ਤੋਂ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਮਾਰੇ ਕਹਿੰਦੇ ਫਿਰ ਕੀ ਹੋ ਗਿਆ, ਏਡੇ ਵੱਡੇ ਰਾਜੇ ਬਣ ਗਏ ਤਾਂ ਅੰਤ ਨੂੰ ਤਾਂ ਨੰਗੇ ਪੈਰੀ ਗਏ ਨਾ। ਇਥੋਂ ਜੀਵਨ ਦੀ ਬਾਜੀ ਜਿੱਤ ਕੇ ਤਾਂ ਕੋਈ ਨਹੀਂ ਗਿਆ, ਸਭ ਹਾਰ ਕੇ ਗਏ। ਹਜੂਰ ਦੇ ਉਹ ਬਚਨ, ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਵੱਡੇ ਵੱਡੇ ਰਾਜੇ, ਇੱਕ ਪ੍ਰਾਤਨ ਰਾਜੇ ਦਾ ਜ਼ਿਕਰ ਸਾਧ ਸੰਗਤ ਜੀ ਵਿਦਵਾਨਾਂ ਨੇ ਕੀਤਾ, ਉਹਦਾ ਨਾਮ ਸੀ ਸਹੰਸਰ ਬਾਹੂ। ਕਹਿੰਦੇ ਨੇ ਉਹ ਇੱਕ ਵਾਰੀ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਗਿਆ ਤੇ ਅੱਗੇ ਜੰਗਲ ਵਿੱਚ ਉਹਦਾ ਸਾਂਢੂ ਰਹਿੰਦਾ ਸੀ ਜਮਦਗਨੀ, ਉਹਦਾ ਨਾਮ ਸੀ। ਆਪਣਾ ਆਸ਼ਰਮ ਬਣਾ ਕੇ ਉੱਥੇ ਤਪੱਸਿਆ ਕਰਦਾ ਸੀ। ਸ਼ਿਕਾਰ ਖੇਡਣ ਗਿਆ, ਉਹਨੂੰ ਮਿਲ ਪਿਆ ਤੇ ਜਮਦਗਨੀ ਨੇ ਆਪਣੇ ਸਾਂਢੂ ਸਹੰਸਰ ਬਾਹੂ ਨੂੰ ਆਖਿਆ ਵੀ ਆਓ ਜੀ ਆਇਆਂ ਨੂੰ, ਅੱਜ ਤੁਸੀਂ ਇੱਧਰ ਆਏ ਜੇ ਮੇਰੇ ਵਾਲੇ ਆਸ਼ਰਮ ਵਾਲੇ ਪਾਸੇ, ਤੇ ਤੁਸੀਂ ਪ੍ਰਸ਼ਾਦਾ ਇੱਥੇ ਮੇਰੇ ਕੋਲ ਛਕ ਲਿਓ। ਉਹ ਕਹਿਣ ਲੱਗਾ ਮੈਂ ਇਕੱਲਾ ਨਹੀਂ, ਮੇਰੇ ਨਾਲ ਕਿੰਨੇ ਲੋਕ ਨੇ, ਆ ਫੌਜ ਦੀ ਟੁਕੜੀ ਮੇਰੇ ਕੋਲ ਹੈ, ਤੂੰ ਆਸ਼ਰਮ ਵਿੱਚ ਰਹਿਣਾ, ਰਸਤਾ ਬਸਤਾ ਵੀ ਤੇਰੇ ਕੋਲ ਨਹੀਂ, ਇੰਨਿਆਂ ਨੂੰ ਪ੍ਰਸ਼ਾਦਾ ਕਿੱਥੋਂ ਛਕਾ ਦੇਂਗਾ। ਉਹਨੇ ਆਖਿਆ ਕੋਈ ਨਹੀਂ, ਤੇ ਰਾਜਨ ਨਾਮ ਜਪਣ ਵਾਲਿਆਂ ਕੋਲੇ ਵੀ ਕੁਝ ਗੁਪਤ ਤਾਕਤਾਂ ਹੁੰਦੀਆਂ, ਸਮਾਂ ਆਉਣ ਤੇ ਅਸੀਂ ਵਰਤ ਸਕਦੇ ਹਾਂ, ਤੂੰ ਫਿਕਰ ਨਾ ਕਰ, ਪ੍ਰਸ਼ਾਦਾ ਆਉਂਦਿਆਂ ਹੋਇਆ ਇੱਥੇ ਹੀ ਛਕੀ, ਸਭ ਕੁਝ ਤਿਆਰ ਹੋਵੇਗਾ। ਉਹ ਸਾਧ ਸੰਗਤ ਜੀ ਆ ਗਿਆ ਜਦੋਂ ਵਾਪਸੀ ਵੇਲੇ, ਤੇ ਇੰਨੇ ਸਵਾਦਿਸ਼ਟ ਭੋਜਨ, ਇੰਨੀ ਤਰ੍ਹਾਂ ਦੇ ਜਮਦਗਨੀ ਰਿਖੀ ਨੇ ਸਾਧ ਸੰਗਤ ਜੀ ਰਾਜੇ ਨੂੰ ਤੇ ਉਹਦੀਆਂ ਫੌਜਾਂ ਨੂੰ ਛਕਾਏ ਵੀ ਹੈਰਾਨ ਹੀ ਰਹਿ ਗਿਆ ਦੇਖ ਕੇ। ਹੈਰਾਨ ਮਨ ਚ ਸੋਚਦਾ ਵੀ ਇਹਦੇ ਕੋਲ ਹੀ ਕੁਝ ਨਹੀਂ ਸੀ, ਇੱਕਦਮ ਐਡੀ ਛੇਤੀ ਰਸਤਾ ਕਿੱਥੋਂ ਆ ਗਈਆਂ, ਏਦਾਂ ਦੇ ਭੋਜਨ ਪ੍ਰਸ਼ਾਦੇ ਕਿਹਨੇ ਤਿਆਰ ਕਰ ਦਿੱਤੇ। ਜਦੋਂ ਛਕ ਲਿਆ ਤੇ ਆਪਣੇ ਸ਼ੰਕੇ ਨੂੰ ਦੂਰ ਕਰਨ ਵਾਸਤੇ ਅੰਦਰ ਗਿਆ। ਕਹਿੰਦੇ ਉੱਥੇ ਪਰਦਾ ਕੀਤਾ ਹੋਇਆ ਸੀ ਜਮਦਗਨੀ ਰਿਖੀ ਨੇ। ਪਰਦਾ ਚੁੱਕਣ ਲੱਗਾ ਤੇ ਉਹਨੇ ਮਨਾ ਕੀਤਾ, ਆਖਿਆ ਏਦਾਂ ਨਾ ਕਰ, ਇਹ ਪਰਦਾ ਹੀ ਰਹਿਣ ਦੇ ਤੂੰ, ਇਹ ਨਾਮ ਜਪਣ ਵਾਲਿਆਂ ਦੀਆਂ ਚੀਜ਼ਾਂ ਹੁੰਦੀਆਂ ਕਈ। ਕਹਿਣ ਲੱਗਾ ਨਹੀਂ ਮੈਂ ਦੇਖਣਾ ਵੀ ਇੰਨੀ ਛੇਤੀ ਇੰਨਾ ਕੁਝ ਤੂੰ ਬਣਾ ਕਿਵੇਂ ਲਿਆ। ਕਹਿੰਦੇ ਦੇਖਿਆ ਤੇ ਵਿਦਵਾਨ ਕਹਿੰਦੇ ਸਾਧ ਸੰਗਤ ਜੀ ਉੱਥੇ ਕਾਮ ਧੇਨ ਗਊ ਸੀ। ਕਾਮ ਧੇਨ ਗਊ ਨੂੰ ਕਹਿੰਦੇ ਜਿਹੜੀ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੀ ਹੈ। ਪ੍ਰਾਤਨ ਗ੍ਰੰਥਾਂ ਵਿੱਚ ਲਿਖਿਆ ਸਾਧ ਸੰਗਤ ਜੀ ਇਹ ਸਵਰਗ 'ਚ ਹੈ, ਰਾਜੇ ਇੰਦਰ ਕੋਲ ਮੰਨੀ ਗਈ। ਆਖਿਆ ਵੀ ਇਹ ਗਊ ਕੀ ਹੈ, ਉਹਨੇ ਦੱਸਿਆ ਵੀ ਇਹ ਸਾਡੀ ਵਰਤੋਂ ਦੀ ਚੀਜ਼ ਹੈ, ਨਾਮ ਜਪਣ ਵਾਲਿਆਂ ਨੂੰ ਲੋੜ ਪਵੇ ਤੇ ਆਪਣੇ ਮਨ ਦੀ ਕਾਮਨਾ ਇਹ ਤੋਂ ਪੂਰੀ ਕਰਵਾ ਲੈਂਦੇ। ਆਖਿਆ ਤੇਰੇ ਤੇ ਕੰਮ ਨਹੀਂ, ਮੈਂ ਰਾਜਾ, ਮੈਨੂੰ ਦੇ। ਉਹਨੇ ਕਿਹਾ ਇਹ ਤੇਰੇ ਦੇਣ ਵਾਲੀ ਨਹੀਂ, ਮਨਾ ਕਰ ਦਿੱਤਾ। ਸਾਧ ਸੰਗਤ ਜੀ ਗੁੱਸੇ ਵਿੱਚ ਆਣ ਕੇ ਉਹਨੇ ਆਪਣਾ ਸਾਂਢੂ ਹੀ ਮਾਰ ਦਿੱਤਾ ਸੀ। ਰਾਜੇ ਸਹੰਸਰ ਬਾਹੂ ਨੇ
ਜਮਦਗਨੀ ਲਿਖੀ ਦਾ ਸਾਧ ਸੰਗਤ ਜੀ ਪੁੱਤਰ ਸੀ ਪਰਸੁਰਾਮ। ਮਹਾਰਾਜ ਨੇ ਜ਼ਿਕਰ ਕੀਤਾ ਪਰਸੁਰਾਮ ਰੂਪੇ ਘਰ ਆਇਆ। ਉਹਦੀ ਮਾਂ ਨੇ ਫਿਰ ਪਰਸੁਰਾਮ ਨੂੰ ਚੇਤੇ ਕੀਤਾ, ਉਹ ਵੀ ਤਪੱਸਿਆ ਕਰਦਾ ਸੀ। ਉਹ ਆਇਆ ਆਪਣੇ ਪਿਤਾ ਨੂੰ ਮਰਿਆ ਹੋਇਆ ਦੇਖਿਆ ਤੇ ਬਦਲਾ ਲੈਣ ਵਾਸਤੇ ਸਾਧ ਸੰਗਤ ਜੀ ਉਹਨੇ 21 ਵਾਰ ਕਹਿੰਦੇ ਖੱਤਰੀ ਮਾਰ ਦਿੱਤੇ ਸਨ ਤੇ ਉਹਨਾਂ ਦੇ ਖੂਨ 'ਚ ਇਸ਼ਨਾਨ ਕੀਤਾ ਸੀ। ਏਡੇ ਏਡੇ ਤਕੜੇ ਜਿਹੜੇ ਰਾਜੇ ਸਨ, ਏਡੇ ਤਕੜੇ ਏਡੇ ਬਲ ਵਾਲੇ, ਨਾਮ ਤੋਂ ਬਿਨਾਂ ਸਾਧ ਸੰਗਤ ਜੀ ਉਹ ਵੀ ਕਿਹਾ ਸੀ ਦੁਖਦਾਈ ਮੌਤ ਮਰੇ। ਕੁਝ ਨਾਲ ਨਾ ਗਿਆ, ਜੀਵਨ ਵੀ ਹਾਰ ਦਿੱਤਾ ਇੱਥੇ ਹੀ। ਨਵ ਖੰਡਨ ਕੋ ਰਾਜ ਕਮਾਵਾ ਅੰਤ ਚਲੇ ਗੁਹਾਰੀ। ਹਜੂਰ ਕਹਿੰਦੇ ਨਵਾਂ ਖੰਡਾਂ ਦੇ ਰਾਜ ਵਿੱਚ ਵੀ ਜੇ ਕਿਸੇ ਦਾ ਹੁਕਮ ਨਵਾਂ ਖੰਡਾਂ ਤੇ ਚੱਲਦਾ, ਰਾਜ ਭਾਗ ਚੱਲਦਾ ਹੈ, ਨਾਮ ਨਹੀਂ, ਹਰ ਬਿਸਰਤ ਸਦਾ ਖੁਆਰੀ। ਉਹ ਵੀ ਅੰਤ ਨੂੰ ਆਪਣਾ ਜੀਵਨ ਹਾਰ ਕੇ ਗਏ ਹਨ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਦੇਣ ਕਰਕੇ ਜੀ। ਗੁਣ ਨਿਧਾਨ ਗੁਣ ਤਿਨ ਹੀ ਗਾਏ। ਉਹਨਾਂ ਨੇ ਹੀ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦੇ ਗੁਣ ਗਾਏ ਹਨ। ਜਾ ਕੋ ਕਿਰਪਾ ਧਾਰੀ। ਜਿਨ੍ਹਾਂ ਉੱਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਪ੍ਰਮਾਤਮਾ ਦੇ ਗੁਣ ਵੀ ਉਹੀ ਗਾ ਸਕਦੇ ਨੇ। ਆਪ ਜਪਾਏ ਜਪੇ ਸੋ ਨਾਮ। ਮਹਾਰਾਜ ਕਹਿੰਦੇ ਨੇ ਆਪ ਕਿਰਪਾ ਕਰਕੇ ਜਪਾਵੇ ਜਿਨ੍ਹਾਂ ਤੋਂ ਉਹੀ ਨਾਮ ਜਪ ਸਕਦੇ ਆ। ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਮਾਤਮਾ ਕਿਰਪਾ ਕਰੇ, ਕੋਈ ਹਰੀ ਦੇ ਗੁਣ ਗਾਵੇ ਜੀ। ਸੋ ਸੁਖੀਆ ਧਨ ਉਸ ਜਨਮਾ। ਗੁਰਮੁਖੋ ਕਹਿੰਦੇ ਨੇ ਸੁਖੀ ਅਸਲ ਵਿੱਚ ਉਹੋ ਹੀ ਹੈ ਤੇ ਜਨਮ ਵੀ ਉਸੇ ਗੁਰਮੁਖ ਦਾ ਹੀ ਧਨ ਹੈ। ਕਿਸ ਦਾ ਧਨ ਹੈ ਅੱਗੇ ਦੱਸਦੇ ਹਨ। ਨਾਨਕ ਤਿਸ ਬਲਿਹਾਰੀ। ਜਿਸ ਨੇ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਜਪਿਆ, ਹਜੂਰ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਸੁਖੀ ਵੀ ਅਸਲ ਵਿੱਚ ਸੰਸਾਰ ਤੇ ਉਹੋ ਹੀ ਹੈ ਜਿਹਨੇ ਨਾਮ ਜਪਿਆ, ਤੇ ਜਨਮ ਵੀ ਉਸੇ ਦਾ ਹੀ ਧਨਤਾ ਦੇ ਯੋਗ ਹੈ। ਸੋ ਸੁਖੀਆ ਧਨ ਉਸ ਜਨਮਾ। ਉਹਦਾ ਜਨਮ ਸਾਧ ਸੰਗਤ ਜੀ ਸਫਲਾ ਮੰਨਿਆ ਜਾਵੇਗਾ। ਸੁਖੀ ਵੀ ਉਹੋ ਹੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ। ਜੇ ਨਾਮ ਨਹੀਂ ਜਪਦਾ, ਮਹਾਰਾਜ ਕਹਿੰਦੇ ਨੇ ਜਿਨੀ ਹਰ ਐਸਾ ਨਾਮ ਨਾ ਚੇਤੇ ਉਸੇ ਕਾਹੇ ਜਾ ਕੇ ਆਏ ਰਾਮ ਰਾਜੇ। ਜੇ ਨਾਮ ਨਹੀਂ ਸੀ ਜਪਣਾ, ਕਹਿੰਦੇ ਕਾਹਤੋਂ ਆਏ ਸੰਸਾਰ ਤੇ। 30 ਵਾਰ ਆ ਸੰਸਾਰ ਤੇ ਆਣ ਕੇ। ਸੰਸਾਰ ਕਰਮ ਭੂਮੀ ਸੀ, ਨਾਮ ਜਪਣ ਲਈ, ਚੰਗੇ ਕਰਮ ਕਰਨ ਲਈ। ਤੇ ਕਰਮ ਭੂਮੀ ਤੇ ਆਣ ਕੇ ਵੀ ਕਰਮ ਚੰਗਾ ਬੀਜਿਆ ਹੀ ਨਾ, ਤੇ ਫਿਰ ਕਹਿੰਦੇ ਕਿਉਂ ਆਏ ਨੇ ਸੰਸਾਰ ਤੇ। ਜਿਨੇ ਐਸਾ ਹਰ ਨਾਮ ਨਾ ਚੇਤੇ, ਉਹ ਨਾਮ ਜਿਹੜਾ ਪ੍ਰਲੋਕ ਤੱਕ ਸਹਾਇਤਾ ਕਰਨ ਵਾਲਾ ਸੀ। ਲੋਕ ਪ੍ਰਲੋਕ ਜਿਸ ਨਾਮ ਦੇ ਆਸਰੇ ਤੇ ਹੀ ਸਮਰ ਜਾਣਾ ਸੀ। ਇਹ ਲੋਕ ਸੁਖੀਏ ਪ੍ਰਲੋਕ ਸਹੇਲੇ। ਫਿਰ ਵੀ ਕਹਿੰਦੇ ਜਿਨ੍ਹਾਂ ਨੇ ਇੰਨਾ ਸਮਰੱਥ ਐਸਾ ਨਾਮ ਨਹੀਂ ਜਪਿਆ, ਕਿਉਂ ਆਏ ਸੰਸਾਰ ਤੇ। ਸੰਸਾਰ ਤੇ ਆਉਣਾ ਉਹਨਾਂ ਦਾ ਸਫਲਾ, ਉਹਨਾਂ ਦਾ ਜਨਮ ਧਨ ਹੈ। ਸੁਖੀ ਸਾਧ ਸੰਗਤ ਜੀ ਅਸਲ ਵਿੱਚ ਉਹ ਨੇ ਜਿਨ੍ਹਾਂ ਨੇ ਨਾਮ ਜਪਿਆ। ਨਾਮ ਉਹ ਜਪਦੇ ਆ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ। ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜੇ ਕਿਰਪਾ ਦੇ ਪਾਤਰ ਬਣ ਲਈ ਉੱਥੇ ਆਉਣ ਜਿੱਥੇ ਕਿਰਪਾ ਵਰਤੇ, ਜਿੱਥੇ ਕਿਰਪਾ ਵੰਡੀ ਜਾਂਦੀ ਹੈ, ਜਿੱਥੇ ਕਿਰਪਾ ਪ੍ਰਤੱਖ ਹੁੰਦੀ ਹੈ। ਉਹ ਥਾਂ ਕਿਹੜੀ ਹੈ? ਸਤ ਸੰਗਤ। ਸੰਗਤ ਵਿੱਚ ਪ੍ਰਮਾਤਮਾ ਦੀ ਕਿਰਪਾ ਸਾਧ ਸੰਗਤ ਜੀ ਪ੍ਰਤੱਖ ਰੂਪ ਚ ਵਰਤਦੀ ਹੈ। ਉਹਦੀ ਕਿਰਪਾ ਪ੍ਰਾਪਤ ਕਰਕੇ, ਉਹਨੂੰ ਚੇਤੇ ਕਰਕੇ ਆਪਣਾ ਜਨਮ ਜਿਨ੍ਹਾਂ ਨੇ ਸਫਲਾ ਕੀਤਾ, ਮਹਾਰਾਜ ਕਹਿੰਦੇ ਉਹ ਧਨ ਨੇ। ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਇਹ ਪਾਵਨ ਪਵਿੱਤਰ ਸਾਧ ਸੰਗਤ ਜੀ ਸ੍ਰੀ ਮੁਖਵਾਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਬਖਸ਼ਿਆ ਹੈ। ਸੋ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਜੀ ਦੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਦੀ ਸੰਗਤ ਖਿਮਾ ਬਖਸ਼ੇ ਜੀ। ਲਿਖਿਆ ਕਤੇ ਨਾ ਛੁੱਟੀ ਹੈ ਖਨ ਖਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।